ਜਿਹੜੇ ਕਹਿੰਦੇ ਨੇ ਪਹੁੰਚ ਜਾਂਦਾ ਭਾਵੇਂ ਉਹ ਭੋਜਨ ਸਾਕੀ ਮਾਫ ਕਰਿਓ। ਹੁਣ ਮੈਂ ਬੇਨਤੀ ਕਰਨ ਲੱਗਾ ਕਿਉਂਕਿ ਮੈਂ ਵੇਖ ਰਿਹਾ ਸੀ ਵੀ ਕਿਤੇ ਕਹਿ ਰਹੇ ਸਨ ਵੀ ਭੋਜਨ ਨਹੀਂ ਪਹੁੰਚਦਾ ਪਰ ਭਜਨ ਪਹੁੰਚ ਜਾਂਦਾ। ਕਿਤੇ ਲਿਖਿਆ ਸੀ ਭਜਨ ਤੇ ਪਹੁੰਚ ਜਾਂਦਾ। ਕਿੱਥੇ ਪਹੁੰਚ ਜਾਂਦਾ ਪਤਾ ਨਹੀਂ, ਉਹ ਕੁੱਤਾ ਬਣਿਆ ਪਤਾ ਨਹੀਂ ਉਹ ਕੀ ਬਣਿਆ, ਤੇ ਉਹਨੂੰ ਭਜਨ ਕਿਵੇਂ ਉਹਦੇ ਤੱਕ ਪਹੁੰਚ ਸਕਦਾ। ਜਿਹੜਾ ਇੱਥੇ ਭਜਨ ਸਾਡੇ ਤੱਕ ਨਹੀਂ ਪਹੁੰਚ ਰਿਹਾ, ਮੈਂ ਇੱਥੇ ਬਾਣੀ ਦੀ ਦਵਾਈ ਪਾ ਰਿਹਾ ਉਹ ਆ ਬਾਣੀ ਕਹਿ ਰਹੀ ਹੈ ਜਿਹੜਾ ਮੇਰੇ ਤੱਕ ਨਹੀਂ ਪਹੁੰਚ ਰਿਹਾ ਭਜਨ ਦਾ ਅਸਰ, ਤੇ ਮੇਰੇ ਮਰਨ ਤੋਂ ਬਾਅਦ ਮੇਰਾ ਮੁੰਡਾ ਕਰਾਵੇ ਪਾਠ ਵੀ ਮੇਰੇ ਪਿਓ ਦੇ ਭੋਗ ਇਹਦਾ ਸਾਰਾ ਫਲ ਮੇਰੇ ਪਿਓ ਨੂੰ ਮਿਲ ਜੇ, ਤੇ ਮੈਂ ਇੱਥੇ ਗੋਲਕ ਚੋਂ ਚੋਰੀ ਕਰਾਂ, ਮੈਂ ਇੱਥੇ ਮਾਰਾਂ ਠੱਗੀਆਂ, ਮੈਂ ਗਲਤ ਕਰਾਂ ਦਾਸਾਂ ਤੁਹਾਡੀਆਂ, ਤੇ ਮੈਂ ਡਾਕਟਰਾਂ ਦੀ ਖਾਤਰ ਤੁਹਾਡੀ ਸਾਰੀ ਜ਼ਿੰਦਗੀ ਦੇ ਅਧਿਆਤਮਿਕ ਜੀਵਨ ਨੂੰ ਖੂਜ ਝੋਕਦੇ ਆ, ਤੇ ਮੇਰਾ ਮੁੰਡਾ ਗਾ ਕੇ ਭੋਗ ਤੇ ਆਖੇ ਕਿ ਮੇਰੇ ਬਾਪੂ ਨੂੰ ਇਹਦਾ ਫਲ ਪਹੁੰਚੇ ਤੇ ਮੇਰਾ ਬਾਪੂ ਨਰਕ ਨਾ ਜਾਏ, ਮੈਨੂੰ ਕੋਈ ਨਹੀਂ ਬਚਾ ਸਕਦਾ। ਕਿਸੇ ਦਾ ਕੀਤਾ ਪਾਠ ਮੈਨੂੰ ਨਰਕਾਂ ਚੋਂ ਨਹੀਂ ਕੱਢ ਸਕਦਾ। ਮਹਾਰਾਜ ਨੇ ਲਿਖਿਆ ਬਾਣੀ ਚ ਕਹਿੰਦੇ ਵੱਢ ਕੇ ਹੱਥ ਦਲਾਲ ਕੇ, ਕਹਿੰਦੇ ਉਸ ਦਲਾਲ ਦੇ ਹੱਥ ਵੱਢ ਦੇਣੇ ਚਾਹੀਦੇ। ਅੱਜ ਵੀ ਗੁਰੂ ਮਹਾਰਾਜ ਕੀ ਹੁੰਦਾ, ਕਿਸੇ ਦਾ ਕੋਈ ਚੜ੍ਹਾਈ ਕਰ ਦਿੰਦਾ, ਸਾਡੇ ਅਸੀਂ ਸਾਰਿਆਂ ਨੇ ਚੜ੍ਹਾਈ ਕਰਨਾ ਜਾਂ ਸਾਡੇ ਕੀਤੇ ਹੋਏ ਨੇ ਆਲਰੇਡੀ, ਸਾਡੇ ਬਜ਼ੁਰਗ ਮਰੇ ਹੋਏ ਨੇ, ਅਸੀਂ ਮੰਨਣਾ, ਅਸੀਂ ਉਹਨਾਂ ਦੇ ਭੋਗ ਪਾਏ ਹੋਏ ਨੇ, ਸਾਡੇ ਭੋਗ ਪੈਣੇ। ਸਿੱਧੀ ਗੱਲ ਮੈਂ ਸਪਸ਼ਟ ਰੂਪ ਵਿੱਚ ਕਹਿ ਰਿਹਾ। ਜੇਕਰ ਉਸ ਤੋਂ ਬਾਅਦ ਅਸੀਂ ਇਹ ਭਾਵਨਾ ਰੱਖੀਏ ਵੀ ਆਹ ਦਿੱਤਾ ਹੋਇਆ ਮੰਜਾ ਬਿਸਤਰਾ, ਆਹ ਕੌਲੀ ਚਮਚਾ ਥਾਲੀ ਗਲਾਸ, ਇਹ ਉਹਨੂੰ ਪਹੁੰਚ ਜਾਏਗਾ, ਤੇ ਕੇਵਲ ਕਿਹਦੇ ਨਾਲ ਧੋਖਾ ਕਰ ਰਹੇ, ਇਹ ਕਿਹਦੇ ਨਾਲ ਧੋਖਾ ਕੀਤਾ ਜਾ ਰਿਹਾ, ਕਿਹਨੂੰ ਬੇਵਕੂਫ ਬਣਾਇਆ ਜਾ ਰਿਹਾ। ਇਹ ਭੋਜਨ ਨਾ ਤੇ ਉੱਥੇ ਪਹੁੰਚਦਾ, ਗੁਰੂ ਸਾਹਿਬ ਨੇ ਬਾਣੀ ਚ ਸਪਸ਼ਟ ਲਿਖਿਆ ਨਾ ਜਦ ਦੇਵ ਤੁਲਾਈਆਂ ਨਾ ਭੋਜਨ ਨਾ ਭੋਜਨ ਪ੍ਰਕਾਰ ਹੋਗਾ, ਭੋਜਨ ਭਾਵ ਨਾ ਠੰਡਾ ਪਾਣੀ। ਉੱਥੇ ਤੇ ਲਿਖਿਆ ਸਾਰਾ ਕੁਝ। ਜਦੋਂ ਲਾੜੀਆਂ ਦਾ ਪਾਠ ਸੁਣਦੇ ਆ ਉਹ ਸੁਣ ਕੇ ਭੋਗ ਤੇ ਫਿਰ ਮੰਜਾ ਬਿਸਤਰਾ ਰੱਖ ਦਿੱਤਾ ਜਾਂਦਾ। ਗੁਰਦੁਆਰੇ ਵਾਸਤੇ ਗੁਰੂ ਘਰ ਵਾਸਤੇ ਦਿੱਤਾ ਜਾਏ ਤਾਂ ਚੰਗੀ ਗੱਲ, ਬਈ ਇੱਥੋਂ ਕਿਸੇ ਦੇ ਕੰਮ ਆਏਗਾ, ਕੋਈ ਗੁਰਦੁਆਰੇ ਦਾ ਸੇਵਾਦਾਰ ਸੌ ਜਾਏਗਾ ਉੱਤੇ, ਜਾਂ ਉਹ ਚੁੱਕ ਕੇ ਮੰਜਾ ਬਿਸਤਰਾ ਬਾਅਦ ਵਿੱਚ ਕਿਸੇ ਦੇ ਘਰ ਕੰਮ ਆ ਜਾਂਦਾ, ਉਹ ਤਾਂ ਚੰਗੀ ਗੱਲ ਹੈ, ਗੁਰੂ ਘਰ ਵਿੱਚ ਦੇਣਾ ਮਾੜੀ ਗੱਲ ਨਹੀਂ। ਲੇਕਿਨ ਇਹ ਉਦਣ ਹੀ ਕਿਉਂ ਦੇਣਾ ਜਦੋਂ ਕੋਈ ਮਰ ਜਾਏ, ਅੱਗੋਂ ਪਿੱਛੋਂ ਕਿਉਂ ਦਿੱਤਾ ਜਾਂਦਾ। ਕਈ ਕਹਿੰਦੇ ਨੇ ਚਲੋ ਜੀ ਸੇਵਾ ਚ ਆ ਜਾਏਗਾ, ਅਸੀਂ ਬਹਾਨਾ ਹੈ ਕੋਈ ਸੇਵਾ ਚ ਆ ਜਾਏਗਾ, ਲੇਕਿਨ ਬਹਾਨਾ ਵੀ ਗਲਤ ਕਿਉਂ ਹੋਵੇ। ਅਸੀਂ ਇਸ ਭਾਵਨਾ ਨਾਲ ਕਿਉਂ ਦਈਏ ਵੀ ਇਹ ਮੰਜੀ ਜਿਹੜੀ ਕਿ ਸਾਡੇ ਮਰੇ ਨੂੰ ਪਹੁੰਚਣੀ ਹੈ, ਨਹੀਂ ਪਹੁੰਚਦੀ। ਉਹ ਕਦੇ ਜਾ ਕੇ ਵੇਖ ਲਿਓ, ਜਿਹੜਾ ਵੀ ਮੰਜਾ ਬਿਸਤਰਾ ਦਿੱਤਾ ਉੱਥੇ ਹੀ ਵਿਆਹ ਹੋਏਗਾ, ਉੱਥੇ ਹੀ ਵਿਆਹ ਹੋਏਗਾ। ਤੋਂ ਮਹਾਰਾਜ ਨੇ ਬਚਨ ਲਿਖੇ ਕਹਿਣ ਲੱਗੇ ਵੱਢ ਕੇ ਹੱਥ ਦਲਾਲ ਕੇ, ਜਿਹੜਾ ਇਹ ਕਹਿੰਦਾ ਵੀ ਅੱਗੇ ਪਹੁੰਚਾ ਦਿਆਂਗਾ, ਤੁਸੀਂ ਇੰਨੇ ਪੈਸੇ ਦਿਓ, ਆਪਾਂ ਪਾਠ ਕਰਾਉਂਦੇ ਆ, ਇਹਦੀ ਅਰਦਾਸ ਕਰਾਵਾਂਗੇ ਤੇ ਤੁਹਾਡੇ ਬਜ਼ੁਰਗ ਨੂੰ ਲੱਗ ਜਾਣਾ, ਫਲ ਮਿਲ ਜਾਣਾ, ਉਸ ਦਲਾਲ ਤੇ ਵੱਢ ਦਿਓ ਹੱਥ। ਇਹ ਮੈਂ ਨਹੀਂ ਕਹਿ ਰਿਹਾ, ਗੁਰੂ ਨਾਨਕ ਦਾ ਬਚਨ ਹੈ। ਵੱਢ ਕੇ ਹੱਥ ਦਲਾਲ ਕੇ ਮੁਸਫੀ ਇਹ ਕਰੇ। ਇਹ ਜਿਹੜਾ ਦਲਾਲੀ ਖਾਂਦਾ ਨਾ, ਜਿਹੜਾ ਕਹਿੰਦਾ ਮੈਨੂੰ ਭੋਜਨ ਛਕਾਓ ਤੇ ਨਾਲੇ ਮੁੜ ਕੇ ਭੋਜਨ ਛਕਾ ਕੇ ਦੰਦ ਘਸਾਈ ਦਿਓ, ਪਿਆਰ ਨਾਲ ਦਿੰਦੇ ਹੋ ਪੈਸੇ, ਮੈਂ ਮਨਾ ਨਹੀਂ ਕਰਦਾ ਕਿਉਂਕਿ ਕਿਹਦਾ ਜੀ ਕਰਦਾ ਮੁੜ, ਪਰ ਜੇ ਇਸ ਭਰਮ ਨੂੰ ਕਰਕੇ ਦਿੰਦੇ ਹੋ ਵੀ ਸਾਡੇ ਬਜ਼ੁਰਗ ਦੇ ਵਿੱਚ ਤੂੰ ਭੋਜਨ ਖਾ ਲੈ ਤੇ ਨਾਲ ਪੈਸੇ ਲੈ ਲੈ ਕਿਉਂਕਿ ਤੇਰੇ ਦੰਦ ਤੇਰੇ ਘਸੇ ਨੇ ਭੋਜਨ ਤੇ ਸਾਡੇ ਬਜ਼ੁਰਗਾਂ ਦੇ ਢਿੱਡ 'ਚ ਗਿਆ, ਤੇ ਜੇ ਕੋਈ ਇਸ ਭਾਵਨਾ ਨਾਲ ਦਿੰਦਾ, ਮੈਂ ਹੱਥ ਜੋੜ ਕੇ ਬੇਨਤੀ ਕਰਦਾ ਮੈਨੂੰ ਰੁਪਈਆ ਵੀ ਨਾ ਦਿਓ, ਕਿਉਂਕਿ ਮੈਂ ਨਹੀਂ ਕਿਤੇ ਪਹੁੰਚਾ ਸਕਦਾ, ਨਾ ਮੈਂ ਕੋਈ ਐਸਾ ਰਕਸ਼ਾ ਰੱਖਿਆ ਜਿਹਦੇ ਤੇ ਲੱਗ ਕੇ ਮੈਂ ਤੁਹਾਡਾ ਸਮਾਨ ਤੁਹਾਡੇ ਬਜ਼ੁਰਗਾਂ ਤੱਕ ਪਹੁੰਚਾਉਂਦਾ ਫਿਰਾਂ। ਐਸਾ ਕੋਈ ਮੇਰੇ ਕੋਲ ਪ੍ਰਧਾਨ ਨਹੀਂ, ਕਿਤੇ ਕੋਲ ਵੀ ਨਹੀਂ, ਕਿਤੇ ਜਾ ਕੇ ਦੇਖ ਲੈ। ਜਿਹੜਾ ਕੋਈ ਕਹਿ ਰਿਹਾ ਉਹਨੂੰ ਪਹਿਲਾਂ ਪੁੱਛੋ ਵੀ ਕਿੱਦਾਂ ਪਹੁੰਚਾਏਗਾ, ਜੇ ਲੈ ਰਿਹਾ ਸਾਥੋਂ ਤੇ ਪਹੁੰਚਾਏਗਾ। ਮੈਂ ਤਾਂ ਇੱਕ ਕਥਾ ਸੁਣੀ ਸੀ, ਮਹਾਂਪੁਰਖ ਸੁਣਾ ਰਹੇ ਸਨ, ਕਹਿੰਦੇ ਕਿਸੇ ਜੱਟ ਦੇ ਬਾਪੂ ਜਿਹੜਾ ਚੜ੍ਹਾਈ ਕਰ ਗਿਆ ਤੇ ਉਹ ਪੰਡਤ ਨੇ ਸਾਰਾ ਕਿਰਿਆ ਕਰਮ ਕੀਤਾ, ਤੇ ਉਹਨੇ ਲੰਘਦੇ ਇੱਕ ਦਿਨ ਦੇਖਿਆ ਵੀ ਜੱਟ ਦੇ ਘਰ ਗਾਂ ਬੜੀ ਸੋਹਣੀ ਸੱਜਰ ਸੂਈ ਬੰਨੀ ਹੋਈ ਹੈ, ਤੇ ਉਹ ਵੜ ਕੇ ਜੱਟ ਦੇ ਘਰ ਕਹਿਣ ਲੱਗਾ ਵੀ ਕਿੰਨਾ ਵੀ ਬਾਪੂ ਜੀ ਤੇ ਤੇਰੇ ਰਾਹ ਦੇ ਰਾਤੀ ਮੇਰੇ ਸੁਪਨੇ ਚ ਆਏ ਨੇ ਵੀ ਮੇਰੀ ਗਤੀ ਨਹੀਂ ਹੋਈ, ਸੁਪਨੇ ਚ ਆਏ ਨੇ ਗਤੀ ਨਹੀਂ ਹੋਈ ਅਜੇ, ਤੇ ਇਹਦੇ ਰਾਹ ਦੀ ਅੜੇ ਬੈਠੇ ਨੇ, ਜੇ ਉਹਨੂੰ ਪਾਰ ਲਾਉਣਾ ਏ ਤੇ ਜੱਟ ਤਰਲੇ ਕਰਨ ਲੱਗ ਪਏ ਵੀ ਬਾਪੂ ਦੇ ਸਾਰੀ ਜ਼ਿੰਦਗੀ ਮੇਰੇ ਲਈ ਕਰਦਾ ਕਮਾਈ ਖੱਪ ਗਿਆ, ਤੇ ਬਾਪੂ ਨੂੰ ਕੱਢੇ ਲਓ ਪੰਡਤ ਜੀ ਕਿਸੇ ਢੰਗ ਨਾਲ, ਬਾਪੂ ਜਿਹੜਾ ਪਹੁੰਚਣਾ ਚਾਹੀਦਾ ਅੱਗੇ ਤੱਕ। ਤੇ ਕਹਿਣ ਲੱਗਾ ਪੰਡਤ ਕਹਿਣ ਲੱਗਾ ਪਹੁੰਚਾ ਤੇ ਦਿਆਂ, ਪਰ ਗਊ ਦੀ ਸਹਾਇਤਾ ਚਾਹੀਦੀ ਹੈ। ਜੇ ਗਾਂ ਹੋਵੇ ਤੇ ਬੈਤਰਨੀ ਨਦੀ ਜਿਹੜੀ ਰਾਹ 'ਚ ਹੈ ਉਹਨੂੰ ਤਰਨ ਵਾਸਤੇ ਗਊ ਦੀ ਪੂਜ ਪੜ ਕੇ ਕਰਿਆ ਜਾਂਦਾ। ਵਿੱਚ ਤੇ ਪਾਕ ਦੀ ਨਦੀ ਹੈ ਕਹਿੰਦੇ ਰਾਹ 'ਚ। ਦੂਸਰੇ ਧਰਮ ਗ੍ਰੰਥ ਨੇ ਕੀ ਕਹਿੰਦੇ ਨੇ ਉਹਨਾਂ ਲਈ ਸਤਿਕਾਰਯੋਗ ਨੇ,
ਲੇਕਿਨ ਸਾਨੂੰ ਸਾਡੇ ਗੁਰੂ ਦੀ ਸਿੱਖਿਆ ਮੰਨਣੀ ਪੈਣੀ। ਸਾਡੇ ਲਈ ਸਾਡਾ ਗੁਰੂ ਹੀ ਸਭ ਕੁਝ ਹੈ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੋ ਸਾਨੂੰ ਸਿਧਾਂਤ ਦਿੰਦੇ ਨੇ ਉਸੇ ਨੂੰ ਮੰਨਣ ਵਾਲਾ ਹੀ ਸਿੱਖ ਹੈ। ਤਾਂ ਕਹਿਣ ਲੱਗੇ ਉਸ ਜੱਟ ਦੇ ਕਿਹਾ ਵੀ ਜੇ ਗਾਂ ਚਾਹੀਦੀ ਹੈ ਤੇ ਆ ਗਾਂ ਲੈ ਜਾਓ, ਗਾਂ ਹੈਗੀ ਹੈ, ਪਰ ਏਦਾਂ ਹੈ ਵੀ ਗਾਂ ਲੈ ਜਾਓ ਪਰ ਬਾਪੂ ਜੀ ਅੱਗੇ ਜਾਣੇ ਚਾਹੀਦੇ। ਪੰਡਤ ਨੇ ਕਿਹਾ ਗੱਲ ਹੀ ਕੋਈ ਨਹੀਂ, ਬਾਪੂ ਤੇਰਾ ਜਿਹੜਾ ਉਹ ਪਾਰ ਲਾ ਦਿਆਂਗੇ ਨਦੀ ਤੋਂ। ਗਾਂ ਖੋਲ ਕੇ ਪੰਡਤ ਜਿਹੜਾ ਸੀ ਉਹ ਤੁਰ ਪਿਆ। ਜੱਟ ਦੇ ਨਿਆਣੇ ਵੇਖਣ ਵੀ ਹੁਣ ਦੁੱਧ ਪੀਣਾ ਸੀ, ਪੱਠੇ ਤੇ ਪਾਉਂਦੇ ਅਸੀਂ ਮਰ ਗਏ। ਖਲ ਅਸੀਂ ਖਵਾਈ ਤੇ ਖੋਲ ਕੇ ਕਿਲਿਓ ਰਸਾ ਤੇ ਪੰਡਤ ਲੈ ਜਾਂਦੇ ਆ, ਕਿਉਂਕਿ ਐਸੇ ਸ਼ੈਤਾਨ ਹੁੰਦੇ ਨੇ। ਕੇਵਲ ਪੰਡਤ ਦੀ ਗੱਲ ਨਹੀਂ, ਸਾਡੇ ਵਰਗੇ ਬਹੁਤ ਸ਼ੈਤਾਨ ਨੇ। ਕਮਾਈ ਤੁਸੀਂ ਆਪਣੇ ਬੱਚਿਆਂ ਲਈ ਕਰਦੇ ਹੋ, ਅਸੀਂ 100 ਡਰਾਵੇ ਦੇ ਕੇ ਤੁਹਾਡੇ ਜੇਬਾਂ ਚ ਕਮਾਈ ਬਣਾ ਲੈਂਦੇ ਹਾਂ ਵੀ ਆਹ ਏਦਾਂ ਕਰਨਾ, ਏਦਾਂ ਏਦਾਂ ਹੁੰਦਾ, ਆਹ ਅਰਦਾਸਾਂ ਕਰਾਓ ਐ ਹੁੰਦਾ। ਹਰੇਕ ਬੰਦਾ ਆਪਣੀ ਅਰਦਾਸ ਖੁਦ ਕਰਿਆ ਕਰੇ। ਜੇ ਤੁਹਾਡੀ ਨਹੀਂ ਸੁਣਦਾ ਰੱਬ, ਅਰਦਾਸ ਹੀ ਨਹੀਂ ਸੁਣਦਾ, ਫਿਰ ਬਾਣੀ ਪੜ੍ਹੀ ਕਿੱਦਾਂ ਸੁਣ ਲੂਗਾ? ਫਿਰ ਸਾਡਾ ਸਿੱਖੀ ਜੀਵਨ ਕਿਵੇਂ ਦੇਖ ਲੂਗਾ? ਇਹ ਪਰਮਾਤਮਾ ਵਾਹਿਗੁਰੂ ਇਹਨਾਂ ਨਿਰਦਈ ਥੋੜਾ ਹੈ ਕਿ ਕੋਈ ਵਿਚੋਲਾ ਵਿੱਚ ਚਾਹੀਦਾ। ਵਿਚੋਲਾ ਚਾਹੀਦਾ ਜੁੜਨ ਵਾਸਤੇ, ਜਿਹੜਾ ਸਾਨੂੰ ਕਹਿੰਦੇ ਗੁਰੂ ਗ੍ਰੰਥ ਸਾਹਿਬ ਨੂੰ ਮੰਨੋ, ਉਹਦਾ ਧਰਵਾਹਾ, ਜਿਹੜਾ ਸਾਨੂੰ ਜੋੜਦਾ ਬਾਣੀ ਨਾਲ, ਉਹਦਾ ਧਰਵਾਹਾ, ਉਹ ਵਿਚੋਲਾ ਹੈ। ਉਹਨੇ ਜੋੜਤਾ ਬਸ ਠੀਕ ਹੈ। ਜੇ ਹੁਣ ਅਸੀਂ ਜੁੜ ਗਏ ਆ, ਜੇ ਸਿੱਖ ਬਣ ਗਏ, ਫਿਰ ਵਿਚੋਲਾ ਕਦੇ ਨਹੀਂ ਵੇਚਣੀ ਜਾਏ। ਤੇ ਜੇ ਵਿਆਹੇ ਹੋਏ ਤੀਵੀਂ ਪਤੀ ਪਤਨੀ ਵਿੱਚ ਵੀ ਵਿਚੋਲਾ ਇੰਟਰਫੇਅਰ ਕਰੇ ਤੇ ਫਿਰ ਉਹਨੂੰ ਕੱਢ ਕੇ ਬਾਹਰ ਮਾਰਿਆ ਜਾਂਦਾ ਵੀ ਨਹੀਂ। ਵਿਚੋਲੇ ਦੀ ਤੇ ਵੈਸੇ ਮਸ਼ਹੂਰੀ ਹੈ ਵੀ ਜਿੰਨੀ ਦੇਰ ਤੱਕ ਬਸ ਵਿਆਹ ਹੋਣ ਤੱਕ ਹੀ ਹੁੰਦਾ, ਮੁੜ ਕੇ ਉਹਨੇ ਬੇਇੱਜ਼ਤੀ ਕਰਾਉਣੀ ਹੁੰਦੀ ਹੈ ਤੇ ਫਿਰ ਵੀ ਵਿੱਚ ਇੰਟਰਫੇਅਰ ਕਰੇ, ਫਿਰ ਤਾਂ ਉਹਦੀ ਬੇਇੱਜ਼ਤੀ ਹੁੰਦੀ ਹੈ। ਜੇ ਗੁਰੂ ਨਾਲ ਜੋੜਦਾ ਹੈ ਤੇ ਵਿਚੋਲਿਆਂ ਤੋਂ ਪਰੇ ਹੋ, ਤੇ ਜੇ ਫਿਰ ਵੀ ਵਿੱਚ ਚੜਦਾ ਫਿਰਦਾ ਤੇ ਫਿਰ ਉਹਨੇ ਬੇਇੱਜ਼ਤੀ ਕਰਾਉਣੀ। ਹੋਰ ਕੋਈ ਬੇਨਤੀ ਹੈ, ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਬਚਨ ਲਿਖੇ। ਮੈਂ ਸਾਖੀ ਸੁਣਾ ਰਿਹਾ ਸੀ, ਕਹਿੰਦੇ ਉਹ ਗਾਂ ਖੋਲ ਕੇ ਲੈ ਗਿਆ ਪੰਡਤ, ਤੇ ਜਦੋਂ ਲੈ ਗਿਆ ਤੇ ਉਸ ਵੇਲੇ ਕੋਈ ਸਮਾਂ ਲੰਘਿਆ ਤੇ ਉਹਦੀ ਉਹ ਜ਼ਿਮੀਂਦਾਰ ਲੰਘਿਆ ਪੰਡਤ ਦੇ ਘਰ, ਉਹਨੇ ਵੇਖਿਆ ਗਾਂ ਬੱਝੀ ਹੋਈ ਤੇ ਜਿਹੜੀ ਪੰਡਤ ਦੀ ਘਰ ਵਾਲੀ 45 ਉਹਨੇ ਬਾਲਟੀ ਭਰ ਕੇ ਦੁੱਧ ਚੋਇਆ ਤੇ ਦਿਲ ਤੇ ਬੜਾ ਘਬਰਿਆ ਵੀ ਮਸਾ ਪਾਲੀ ਸੀ। ਬਹੁਤ ਚਾਵਾਂ ਨਾਲ ਪੱਠੇ ਪਾਉਂਦਾ ਰਿਹਾ, ਗਲ ਵੀ ਪਾਈ ਤੇ ਬਾਲਟੀਆਂ ਭਰ ਭਰੇ ਚੋਈ ਜਾਂਦੇ ਨੇ। ਜਾਂਦਿਆਂ ਜਾਂਦਿਆਂ ਪੰਡਤ ਜੀ ਦੇ ਘਰ ਵੜ ਗਿਆ। ਕਹਿਣ ਲੱਗਾ ਪੰਡਤ ਜੀ ਮੈਂ ਆਇਆ ਸੀ। ਕਹਿਣ ਲੱਗੇ ਆਓ ਜਜਮਾਨ ਆਓ ਬੈਠੋ। ਕਹਿਣ ਲੱਗੇ ਮੈਂ ਆਇਆ ਸੀ ਪੁੱਛਣ ਆਇਆ ਸੀ ਵੀ ਬਾਪੂ ਜੀ ਅੱਗੇ ਚਲੇ ਗਏ ਨੇ? ਪੰਡਤ ਜੀ ਕਹਿਣ ਲੱਗੇ ਵੀ ਹਾਂ ਉਹ ਤਾਂ ਚਲੇ ਗਏ ਨੇ, ਅੱਗੇ ਲਾਭ ਤਾਂ ਕੱਢੇ, ਅੱਗੇ ਲਾਭ ਤਾਂ ਪਾਰ ਕਰਤੇ ਨੇ। ਫਿਰ ਉਹਨੇ ਪੁੱਛਿਆ ਵੀ ਚੰਗੀ ਤਰ੍ਹਾਂ ਦੇਖ ਲਓ, ਫਿਰ ਨਾ ਕੱਲ ਨੂੰ ਕਿਉਂ ਵੀ ਨਹੀਂ ਇਹਦੇ ਅੱਧ ਚ ਅੜਿਆ ਫਿਰਦਾ, ਹੋਰ ਕੁਝ ਕਰੋ। ਹੁਣੇ ਹੀ ਮੈਨੂੰ ਦੱਸ ਦਿਓ ਵੀ ਜੇ ਤਾਂ ਕੰਢੇ ਲੱਗ ਗਏ ਫਿਰ ਤਾਂ ਠੀਕ ਹੈ, ਨਹੀਂ ਤੇ ਜੇ ਕੋਈ ਹੋਰ ਇੰਤਜ਼ਾਮ ਕਰੀਏ। ਨਹੀਂ ਕਹਿੰਦਾ ਹੁਣ ਤਾਂ ਕੰਢੇ ਲੱਗ ਗਏ, ਹੁਣ ਤੇ ਪੂਰਾ ਧੁਰ ਤੱਕ ਪਹੁੰਚਾ ਗਏ ਆ, ਤਸੱਲੀ ਕਰਕੇ ਆਏ ਆ। ਹੁਣ ਨਹੀਂ, ਹੁਣ ਤਾਂ ਲੱਗ ਗਏ ਨੇ, ਸੱਚਖੰਡ ਚਲੇ ਗਏ। ਤੇ ਕਹਿਣ ਲੱਗੇ ਜਦੋਂ ਇੰਨੀ ਗੱਲ ਕਹੀ, ਉਸ ਵੇਲੇ ਜੱਟ ਨੇ ਕਿਲਿਓ ਗਾਂ ਦਾ ਰੱਸਾ ਖੋਲਿਆ ਤੇ ਲੈ ਕੇ ਤੁਰ ਪਏ। ਪੰਡਤ ਕਹਿੰਦਾ ਗਾਂ ਕਿੱਧਰ ਲੈ ਚੱਲੇ ਆ? ਕਹਿਣ ਲੱਗਾ ਤੈਨੂੰ ਪਾਰ ਲਾਉਣ ਲਈ ਦਿੱਤੀ ਸੀ, ਤੈਨੂੰ ਪੱਕੀ ਥੋੜਾ ਦੇ ਦਿੱਤੀ ਸੀ। ਬਾਪੂ ਲੰਘ ਗਿਆ, ਅੱਗੇ ਕੰਮ ਨਿਕਲ ਗਿਆ, ਹੁਣ ਗਾਂ ਮੈਂ ਲੈ ਕੇ ਚੱਲੇ। ਕਿਉਂਕਿ ਹੁਣ ਅਸੀਂ ਕਮਲੇ ਨਹੀਂ ਰਹੇ, ਹੁਣ ਅਸੀਂ ਝੱਲੇ ਨਹੀਂ ਰਹੇ ਵੀ ਜੋ ਪੱਟੀ ਪੜਾ ਦਿੱਤੀ ਉਹਦੇ ਤੇ ਪੱਕੇ ਬਸ ਕਿ ਤੁਹਾਨੂੰ ਦੇਈ ਜਾਓ, ਢਿੱਡ ਭਰੀ ਜਾਓ ਤੇ ਅਸੀਂ ਠੀਕ ਆ। ਤੇ ਜਿਸ ਵੇਲੇ ਅਸੀਂ ਕੋਈ ਸੱਚ ਦੀ ਗੱਲ ਕਰੀਏ ਤੇ ਉਸ ਵੇਲੇ ਤੁਸੀਂ ਕਹੋ ਵੀ ਸ਼ਰਾਬ ਹੋ ਜਾਏਗਾ, ਆਹ ਪੈ ਜਾਏਗੀ ਮੁਸੀਬਤ, ਉਹ ਆ ਜਾਏਗਾ। ਕਹ ਸਤਿਗੁਰੂ ਕਹਿੰਦੇ ਵੱਟ ਕੇ ਹੱਥ ਦਲਾਲ ਕੇ ਮੁਸਫੀ ਇਹ ਕਰੇ, ਜਿਹੜਾ ਇਹ ਕਹਿੰਦਾ ਵੀ